Good morning, students. Our next topic is finite state machine and language. ਹੁਣ ਇਸ ਚੈਪਟਰ ਦੇ ਵਿੱਚ ਆਪਾਂ ਨੇ ਕੀ ਟੌਪਿਕ ਦਾ ਡਿਸਕਸ ਕਰਨਾ ਹੈ ਵੀ ਆਪਾਂ ਕਿਸੇ ਮਸ਼ੀਨ ਨੂੰ ਇਨਪੁਟ ਦਿੰਦੇ ਹਾਂ, ਦੈਨ ਉਸ ਤੋਂ ਆਪਾਂ ਨੂੰ ਜੋ ਆਊਟਪੁੱਟ ਮਿਲਦੀ ਆ ਉਸ ਦੇ ਅਕੋਰਡਿੰਗ ਹੀ ਆਪਾਂ ਡਾਇਗਰਾਮਸ ਵਗੈਰਾ ਕਨਵਰਟ ਕਰਨਾ ਹੈਗਾ। ਠੀਕ ਹੈ, ਉਸ ਦੇ ਦੁਆਰਾ ਹੀ ਆਪਾਂ ਉਸ ਨੂੰ ਕਲਾਸੀਫਾਈਡ ਕਰਨਾ ਹੈਗਾ। ਹੁਣ ਆਪਣੇ ਕੋਲ ਇੱਕ ਇਹ ਸੀਗਾ ਵੀ ਫਾਈਨਲੀ ਇੱਕ ਡਿਜੀਟਲ ਕੰਪਿਊਟਰ ਹੈਗਾ, ਉਹ ਕੀ ਹੈਗਾ, ਇਨਫੋਰਮੇਸ਼ਨ ਪ੍ਰੋਸੈਸਿੰਗ ਮਸ਼ੀਨ ਆ। ਠੀਕ ਹੈ, ਉਸ ਦੇ ਵਿੱਚ ਆਪਾਂ ਨੂੰ ਇਨਫੋਰਮੇਸ਼ਨ ਮਿਲਦੀ ਆ ਵਿਦ ਦਾ ਪ੍ਰੋਗਰਾਮ ਐਂਡ ਡਾਟਾ। ਆਪਾਂ ਪ੍ਰੋਗਰਾਮਸ ਵਿਖਾਉਣੇ ਆ, ਡਾਟਾ ਕਨਵਰਟ ਕਰ ਦਿਆਂਗੇ ਬੀਇੰਗ ਦਾ ਇਨਪੁੱਟ ਸਿਗਨਲ ਦੇ ਕੇ ਐਂਡ ਦਾ ਰਿਜ਼ਲਟ ਆਫ ਦਾ ਕੰਪੂਟੇਸ਼ਨ, ਮਤਲਬ ਜੋ ਆਪਾਂ ਨੂੰ ਰਿਜ਼ਲਟ ਮਿਲਦਾ ਉਸ ਨੂੰ ਕੀ ਕਹਿੰਦੇ ਆਪਾਂ ਆਊਟਪੁੱਟ ਪ੍ਰਿੰਟਰ ਆਊਟ ਦੇ ਰੂਪ ਵਿੱਚ ਆਪਾਂ ਨੂੰ ਮਿਲਦੀ ਆ ਬੀਇੰਗ ਦਾ ਆਊਟਪੁੱਟ ਸਿਗਨਲ। ਮਸ਼ੀਨਸ ਦੀਆਂ ਦੋ ਟਾਈਪਸ ਹੁੰਦੀਆਂ ਨੇ, ਮਸ਼ੀਨਸ ਵਿਦ ਮੈਮਰੀ, ਠੀਕ ਹੈ, ਮਸ਼ੀਨਸ ਵਿਦਆਊਟ ਮੈਮਰੀ। ਇੱਕੋ ਮਸ਼ੀਨ ਜਿਸ ਦੇ ਵਿੱਚ ਮੈਮਰੀ ਸਟੋਰ ਹੁੰਦੀ ਆ, ਇੱਕ ਮਸ਼ੀਨ ਉਹ ਜਿਸ ਦੇ ਵਿੱਚ ਮੈਮਰੀ ਸਟੋਰ ਨਹੀਂ ਹੁੰਦੀ ਹੈਗੀ। ਨੈਕਸਟ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਹੈਗੀ ਵੀ ਦੇਖੋ ਹੁਣ ਆਪਣੇ ਕੋਲ ਟੋਟਲ ਡਿਪੋਜ਼ਿਟਸ ਨੇਗੇ ਕਿੰਨਾ, ਆਪਣੇ ਕੋਲ 5, ਮਤਲਬ ਇਹ ਆਪਣੇ ਕੋਲ ਟੋਟਲ ਡਿਪੋਜ਼ਿਟਸ ਆਪਾਂ ਨੇ ਦਿੱਤੇ ਨੇ। ਇਸ ਸਾਈਡ ਆਪਣੇ ਨਿਊ ਡਿਪੋਜ਼ਿਟ ਨੇਗੇ, ਮਤਲਬ ਪਹਿਲਾਂ ਜਦੋਂ 0 ਸੈਂਟ ਡਿਪੋਜ਼ਿਟ ਕੀਤਾ ਆਪਣੇ ਕੋਲ ਫਾਈਨਲੀ ਆਪਣੇ ਕੋਲ 5 ਸੈਂਟ ਸੀ, 0 'ਚ 5 ਐਡ ਕੀਤਾ 5 ਸੈਂਟ, 0 'ਚ 10 ਐਡ ਕੀਤਾ 10 ਸੈਂਟ, 0 'ਚ 25 ਐਡ ਕੀਤਾ 25 ਸੈਂਟ, 5 'ਚ 5 ਐਡ ਕੀਤਾ 10 ਸੈਂਟ, 5 'ਚ 10 ਐਡ ਕੀਤਾ 15 ਸੈਂਟ, 5 'ਚ 25 ਐਡ ਕੀਤਾ 30 ਸੈਂਟ, ਜਾਂ ਫਿਰ ਉਸ ਤੋਂ ਮੋਰ ਲਿਖ ਸਕਦੇ ਆਪਾਂ। ਮਤਲਬ ਆਪਾਂ ਨੂੰ ਇੱਕ ਇਨਪੁੱਟ ਦਿੱਤੀ ਸੀ ਵੀ ਆਪਾਂ ਅਗਰ 25% ਲਿਖ ਸਕਦੇ ਹਾਂ, ਅਗਰ 25 ਤੋਂ ਜ਼ਿਆਦਾ ਆਉਂਦਾ 30 ਤਾਂ ਉਸ ਨੂੰ ਲਿਖਣਾ 30 ਸੈਂਟ ਔਰ ਮੋਰ ਸਟੇਟ, ਉਸ ਦੇ ਅਕੋਰਡਿੰਗ ਹੀ ਆਪਾਂ ਨੇ ਇਸ ਦੇ ਵਿੱਚ ਕਨਵਰਟ ਕੀਤਾ ਹੈਗਾ। 10 ਦੇ ਵਿੱਚ 5 ਐਡ ਕੀਤਾ 15, 10 ਦੇ ਵਿੱਚ 10 ਐਡ ਕੀਤਾ 20, 10 ਦੇ ਵਿੱਚ 25 ਐਡ ਕੀਤਾ 35 ਹੋ ਗਿਆ। ਇਸ ਨੂੰ ਕੀ ਲਿਖਣਾ 30 ਸੈਂਟ ਔਰ ਮੋਰ, ਇਸ ਦੇ ਅਕੋਰਡਿੰਗ ਹੀ ਪੂਰੀ ਦੀ ਪੂਰੀ ਮੈਟ੍ਰਿਕਸ ਬਣੀ। ਠੀਕ ਹੈ, ਹੁਣ ਇੱਥੇ ਦੇਖੋ ਨਿਊ ਆਪਣੀ ਇਸ ਨੂੰ ਆਪਾਂ ਨੇ ਜਦੋਂ ਡਿਲੀਵਰ ਕੀਤਾ ਇਸ ਦੇ ਵਿੱਚ ਕੀ ਆਇਆ ਆਪਣੇ ਕੋਲੇ। ਹਾਂਜੀ, ਆਪਣੀ ਨਾ ਇੱਕ ਐਗਜ਼ਾਮਪਲ ਵਿੱਚ ਸਟਾਰਟਿੰਗ 'ਚ ਦੇਖੋ ਕੀ ਲਿਖਿਆ ਹੋਇਆ ਹੈਗਾ, ਕਹਿੰਦੇ ਦ ਵੈਂਡਿੰਗ ਮਸ਼ੀਨ ਐਟ ਐਨ ਇੰਸਟੈਂਟ ਦ ਸਟੇਟ ਡੈਟ ਦ ਮਸ਼ੀਨ ਇਜ਼ ਇਨ ਟੂਗੈਦਰ ਵਿਦ ਨਿਊ ਡਿਪੋਜ਼ਿਟ, ਮਤਲਬ ਜਿਵੇਂ ਇਹ ਸੀ ਇਸ ਦੇ ਨਾਲ ਨਿਊ ਡਿਪੋਜ਼ਿਟ ਐਡ ਕੀਤਾ। ਵਿਲ ਇਨੇਬਲ ਦਾ ਮਸ਼ੀਨ, ਆਪਾਂ ਹੋਰ ਕੋਈ ਨਵੀਂ ਮਸ਼ੀਨ ਲੈ ਸਕਦੇ ਹੋਈਏ ਟੂ ਡਿਟਰਮਿਨ ਵੈਨ ਏਵਰ ਇਟ ਸ਼ੁੱਡ, ਤਾਂ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਨਥਿੰਗ ਔਰ ਗਮ। ਹੁਣ ਆਪਣੇ ਕੋਲ ਇਹ ਸੀਗਾ ਵੀ ਆਪਾਂ ਉਰੇ ਲਿਖਿਆ ਹੋਇਆ ਸੀਗਾ ਵੀ ਕਹਿੰਦੇ ਵੈਨ ਦਾ ਮਸ਼ੀਨ ਇਜ਼ ਇਨ ਦਾ 15 ਸੈਂਟ ਸਟੇਟ, ਠੀਕ ਹੈ, ਐਨ ਆਊਟਪੁੱਟ ਆਫ 10 ਸੈਂਟ ਵੁੱਡ ਬਰਿੰਗ ਦਾ ਮਸ਼ੀਨ ਟੂ ਦਾ 25 ਸੈਂਟ ਐਡ ਸਟੇਟ, ਔਰ ਅਗਰ ਆਪਣੇ ਕੋਲ 25 ਸੈਂਟ ਵੁੱਡ ਬਰਿੰਗ ਇਟ ਟੂ ਵੀ 30 ਸੈਂਟ ਔਰ ਮੋਰ, ਮਤਲਬ ਅਗਰ ਆਪਣੇ ਕੋਲ 30 ਸੈਂਟ ਤੋਂ ਜ਼ਿਆਦਾ ਆਉਣਗੇ ਤਾਂ ਹੀ ਆਪਾਂ ਕੀ ਕਰਾਂਗੇ ਹੋਰ ਮਸ਼ੀਨ ਵਗੈਰਾ ਯੂਜ਼ ਕਰ ਸਕਦੇ ਹੈਗੇ ਅਨਅਦਰ ਮਸ਼ੀਨਸ। ਦੈਨ ਹੁਣ ਦੇਖੋ ਉਰੇ ਆਪਣੇ ਕੋਲ 35 ਦੇ ਵਿੱਚ 5 ਐਡ ਕੀਤਾ 35 ਹੋ ਗਿਆ ਸੀਗਾ, 35 ਤੋਂ ਵੀ ਜ਼ਿਆਦਾ ਹੋ ਸਕਦੇ ਨੇ, ਤਾਂ ਆਪਣੇ ਕੋਲ ਟੋਟਲ ਜ਼ਿਆਦਾ ਕਿੰਨਾ ਰਿਹਾ 5। 35 ਦੇ ਵਿੱਚ 10 ਆਪਣੇ ਕੋਲ ਜ਼ਿਆਦਾ 10 ਆ ਗਿਆ, 35 ਤੋਂ 25 ਜ਼ਿਆਦਾ ਦੈਨ 25 ਸੈਂਟ, ਮਤਲਬ ਇੱਥੇ ਆਪਾਂ ਅਨਅਦਰ ਯੂਜ਼ ਕਰ ਸਕਦੇ ਹਾਂ। ਇਸ ਲਈ ਇਹਨਾਂ ਦੇ ਵਿੱਚ ਕੀ ਸੀਗਾ, ਇਸ ਦੇ ਅਕੋਰਡਿੰਗ ਹੀ ਜਦੋਂ ਨਿਊ ਡਿਪੋਜ਼ਿਟ ਕੀਤਾ ਜਾ ਰਿਹਾ ਸੀ ਨਥਿੰਗ ਹੋ ਸਕਦਾ ਸੀ, ਦੈਨ ਇਹ ਸਾਰੇ ਆਪਣੇ ਨਥਿੰਗ ਨੇ। ਦੂਸਰੀ ਸਾਈਡ ਆਪਣੇ ਕੋਲ ਇੱਕ ਗਮ ਆਊਟਪੁੱਟ ਆਈ ਆ, ਉਸ ਨੂੰ ਆਪਾਂ ਨੇ ਕੀ ਲਿਖਿਆ ਗਮ। ਨੈਕਸਟ ਆ ਤੁਹਾਡੇ ਕੋਲ ਇੱਕ ਫਨਾਈਟ ਸਟੇਟ ਮਸ਼ੀਨ ਨੂੰ, ਠੀਕ ਹੈ, ਡੈਫੀਨੇਸ਼ਨ ਆਏਗੀ ਵੀ ਇੱਕ ਫਨਾਈਟ ਸਟੇਟ ਮਸ਼ੀਨ FSM ਮਤਲਬ ਫਨਾਈਟ ਸਟੇਟ ਮਸ਼ੀਨ, ਫਨਾਈਟ ਸੈੱਟ ਆਫ ਸਟੇਟਸ, ਜਿੱਦਾਂ ਹੁਣ ਆਪਣੇ ਕੋਲ ਇਹ 0 5 ਸੀਗੀ, S0 S1 S2 ਅਪ ਟੂ ਫਨਾਈਟ ਹੋਣਗੇ ਇਹ। ਅ ਸਪੈਸ਼ਲ ਐਲੀਮੈਂਟ ਆਫ ਦਾ ਸੈੱਟ, ਇਸ S ਸੈੱਟ ਦਾ ਸਪੈਸ਼ਲ ਐਲੀਮੈਂਟ ਰੈਫਰ ਦਾ ਇਨੀਸ਼ੀਅਲ ਸਟੇਟ ਨੂੰ ਰੈਫਰ ਕਰੇਗਾ। ਇੱਕ ਫਨਾਈਟ ਸੈੱਟ ਹੈਗਾ, ਇਨਪੁੱਟ ਲੈਟਰ ਹੋਣਗੇ, ਉਸ ਨੂੰ ਆਪਾਂ I1 I2 I3 ਨਾਲ ਡਿਨੋਟ ਕਰਾਂਗੇ। ਫਨਾਈਟ ਸੈੱਟ ਆਫ ਆਊਟਪੁੱਟ ਲੈਟਰ ਨੂੰ ਆਪਾਂ O ਨਾਲ ਡਿਨੋਟ ਕਰਾਂਗੇ, ਇਨਪੁੱਟ ਨੂੰ I ਨਾਲ, ਆਊਟਪੁੱਟ ਨੂੰ O ਨਾਲ। ਫੰਕਸ਼ਨ ਆਪਣੇ ਕੋਲੇ ਹੁਣ ਇਸ ਨੂੰ ਵਿੱਚ ਕੀ ਹੋਏਗਾ, S ਸੈੱਟ ਦੀ ਇਨਪੁੱਟ ਨਾਲ ਆਪਾਂ ਕ੍ਰੋਸ ਮਲਟੀਪਲਾਈਕੇਸ਼ਨ ਕਰਾਂਗੇ, ਆਪਣੇ ਕੋਲ ਇੱਕ S ਸੈੱਟ ਆਏਗਾ ਟ੍ਰਾਂਜੀਸ਼ਨ ਫੰਕਸ਼ਨ ਦੇ ਵਿੱਚ। G ਫੰਕਸ਼ਨ ਆਪਣੇ ਕੀ ਹੋਏਗਾ, S ਤੋਂ ਡਾਇਰੈਕਟ ਆਊਟਪੁੱਟ ਫੰਕਸ਼ਨ ਤੱਕ ਇਜ਼ ਆਊਟਪੁੱਟ ਫੰਕਸ਼ਨ ਲੈਕਟ ਕਰਾਂਗੇ। ਨੈਕਸਟ ਹੁਣ ਤੁਹਾਨੂੰ ਇੱਕ ਨਾ S0 ਤੋਂ ਲੈ ਕੇ S6 ਤੱਕ ਆਪਣੇ ਕੋਲ ਇੱਕ S ਸੈੱਟ ਗਿਵਨ ਆ, ਉਸ ਦੀ ਇਨਪੁੱਟ ਵੀ ਤੁਹਾਨੂੰ ਗਿਵਨ ਹੋਏਗੀ, ਨੈਕਸਟ ਤੁਹਾਨੂੰ ਆਊਟਪੁੱਟ ਵੀ ਗਿਵਨ ਆ, ਠੀਕ ਹੈ। ਇਸ ਤੋਂ ਬਾਅਦ ਆਪਣੇ ਕੋਲੇ ਇਹਨਾਂ ਦੋਨਾਂ ਨੂੰ ਕੰਬਾਈਨ ਕਰਨਾ, ਦੈਨ ਕੰਬਾਈਨ ਕਿਵੇਂ ਕਰਾਂਗੇ ਇਸ ਅਕੋਰਡਿੰਗ, ਇਹਨਾਂ ਦੋਨੋਂ ਡਾਇਗਰਾਮਸ ਨੂੰ ਕੰਬਾਈਨ ਕਰਨਾ ਆਪਾਂ ਨੇ
ਇਸ ਦੇ ਵਿੱਚ ਮਤਲਬ ਇੱਕ ਇਨਪੁਟ ਵਾਲਾ ਟੇਬਲ ਹੈ, ਨੈਕਸਟ ਆਪਣਾ ਆਊਟਪੁੱਟ ਵਾਲਾ ਟੇਬਲ ਹੈ। ਇਹ ਆਪਣੀ ਮਤਲਬ ਆਪਾਂ ਨੇ ਫਨਾਈਟ 0 ਤੋਂ ਲੈ ਕੇ 6 ਤੱਕ ਲਈ ਸੀ, ਇਸ ਲਈ ਇਸਨੂੰ ਆਪਾਂ ਫਨਾਈਟ ਸਟੇਟ ਮਸ਼ੀਨ ਦੇ ਵਿੱਚ ਡਿਨੋਟ ਕਰਾਂਗੇ। ਨੈਕਸਟ ਹੁਣ ਤੁਹਾਡੀ ਐਗਜ਼ਾਮਪਲ ਆ ਗਈ, ਉਸ ਦੇ ਵਿੱਚ ਦੇਖੋ ਆਪਾਂ ਨੂੰ ਕੀ ਗਿਵਨ ਹੈਗਾ, ਡਿਸਕਰਾਈਬ ਅ ਪਲਸ ਡਾਈਵਰ ਮਸ਼ੀਨ ਵਿਚ ਰਿਸੀਵ ਐਨ ਇਨਪੁਟ ਆ। ਠੀਕ ਹੈ, ਇਨਪੁਟ ਉਹਦੇ ਵਿੱਚ ਕੀ ਆ ਰਹੀ ਆ 0 ਐਂਡ 1। ਦੇਖੋ ਇਨਪੁਟ ਕਿੰਨੀ ਆ 0 ਐਂਡ 1 ਐਂਡ ਪ੍ਰੋਡਿਊਸ 1 ਆਪਣੇ ਕੋਲੇ 1 ਹੋਏਗਾ ਕਦੋਂ, ਇਫ ਐਂਡ ਓਨਲੀ ਇਫ ਦਾ ਨੰਬਰ ਆਫ 1 ਐਂਡ 1 ਨੰਬਰ ਦੇ ਉੱਪਰ ਐਸ ਔਨ ਦਾ ਇਨਪੁਟ ਟੇਪ ਅਪ ਟੂ ਦਾ ਇੰਸਟੈਂਟ ਇਜ਼ ਅ ਨੋਨ ਜ਼ੀਰੋ। ਠੀਕ ਹੈ, ਈਵਨ ਨੰਬਰ ਆਏਗਾ, ਅਦਰਵਾਈਜ਼ ਉਸਨੂੰ ਆਪਾਂ ਨੇ ਕੀ ਲਿਖਣਾ 0 ਹੀ ਲਿਖਣਾ, ਗ੍ਰਾਫ ਦੇ ਉੱਪਰ ਰਿਪਰਜੈਂਟ ਕਰਨਾ। ਹੁਣ ਦੇਖੋ ਤੁਹਾਨੂੰ ਇਨਪੁਟ ਦੇ ਵਿੱਚ 0 ਐਂਡ 1 ਨੇ, ਆਊਟਪੁੱਟ ਦੇ ਵਿੱਚ ਵੀ ਆਪਾਂ ਨੂੰ ਇਹੀ ਕਿਹਾ ਗਿਆ ਵੀ ਆਪਾਂ ਨੇ ਇੱਕ 1 ਲਿਖਣਾ, ਅਦਰਵਾਈਜ਼ ਆਪਾਂ ਨੇ 0 ਲਿਖਣਾ, ਇਸ ਲਈ 0 1 ਆਊਟਪੁੱਟ ਦੇ ਵਿੱਚ। ਦ ਮਸ਼ੀਨ ਸਟੇਟ ਸਟਾਰਟਸ ਇਨ ਅ ਸਟੇਟ ਸੋ ਐਂਡ ਦ ਸਟੇਟ ਨੂੰ ਚੇਂਜ ਟੂ S1 as soon as get A1 while the state machine at SO। ਮਤਲਬ ਜਦੋਂ ਤਾਂ ਉਹ S1 ਸਟੇਟ ਦੇ ਉੱਪਰ ਹੈਗੀ ਆ, ਠੀਕ ਹੈ, ਦੈਨ ਉਹ ਆਪਣੀ ਸਟੇਟ ਆ ਜੋ ਚੇਂਜ ਕਰ ਰਹੀ ਆ, ਅਤੇ ਜਦੋਂ ਉਹ ਸਟੇਟ ਰਿਮੇਨ ਐਟ S0 ਉੱਪਰ ਹੀ ਰਹਿੰਦੀ ਆ ਐਜ਼ ਲੌਂਗ ਕਾਫੀ ਟਾਈਮ, ਇਟ ਗੈਟ ਆਊਟਪੁੱਟ ਆਫ 0। ਜਦੋਂ S0 ਸਟੇਟ ਉੱਪਰ ਰਹਿ ਰਹੀ ਆ ਦੈਨ ਉਹ ਆਪਣੀ ਆਊਟਪੁੱਟ ਕਿੰਨੀ ਦੇ ਰਹੀ ਹੈ S0 ਦੇ ਉੱਪਰ 0, ਦੈਨ ਆਊਟਪੁੱਟ ਵੀ ਆਪਣੀ 0 ਆ ਰਹੀ ਹੈ। ਅਗੇਨ ਇਨ ਸਟੇਟ S1 ਦੇ ਉੱਪਰ ਇਟ ਚੇਂਜ ਟੂ S0। ਠੀਕ ਹੈ, S1 ਦੇ ਉੱਪਰ ਜਾ ਕੇ ਉਹ ਮਤਲਬ ਜੋ ਸੇਮ S1 ਤੋਂ ਲੈ ਕੇ 0 ਤੱਕ ਤਾਂ S1 ਹੀ ਆ, S1 ਦੀ 1 ਨਾਲ ਸਟੇਟ ਉੱਪਰ ਉਹ ਚੇਂਜ ਹੋ ਜਾਂਦੀ ਹੈ S0 ਦੇ ਵਿੱਚ, ਜਿਵੇਂ S0 0 ਨਾਲ ਤਾਂ 0 ਆ, ਠੀਕ ਹੈ, S1 ਦੇ ਉੱਪਰ ਜਾ ਕੇ ਉਹ S1 ਹੋ ਗਿਆ, ਇਸ ਦੇ ਅਕੋਰਡਿੰਗ ਹੀ ਇਸ ਦੇ ਉੱਪਰ ਸੇਮ S1 ਦੀ 0 ਦੇ ਉੱਪਰ S1 ਹੀ ਆ, ਨੈਕਸਟ ਸਟੇਟ ਦੇ ਉੱਪਰ ਜਾ ਕੇ ਮਤਲਬ ਪਹਿਲੀ ਵਾਲੀ ਸਟੇਟ ਦੇ ਉੱਪਰ ਉਹ ਸੇਮ ਹੀ ਰਹਿੰਦੀਆਂ ਨੇ, ਜਦੋਂ ਉਹ ਸੈਕਿੰਡ ਸਟੇਟ ਉੱਪਰ ਜਾਂਦੀਆਂ ਨੇ ਉਦੋਂ ਉਹ ਚੇਂਜ ਹੋ ਜਾਂਦੀਆਂ ਨੇ। 0 ਕੀ 'ਚ ਚੇਂਜ ਹੋਊਗੀ 1 ਵਾਲੀ ਸਟੇਟ ਦੇ ਉੱਪਰ, 1 ਵਾਲੀ ਸਟੇਟ ਕੀ 'ਚ ਚੇਂਜ ਹੋਊਗੀ S0 ਉੱਪਰ। ਠੀਕ ਹੈ, 1 ਅਦਰਵਾਈਜ਼ ਇਟ ਰਿਮੇਨ ਐਟ S1 1 ਦੇ ਉੱਪਰ ਜਾ ਕੇ ਉਹ ਚੇਂਜ ਹੁੰਦੀ ਹੈ, ਅਦਰਵਾਈਜ਼ ਉਹ S1 ਹੀ ਰਹਿੰਦੀ ਆ। ਦਾ ਆਊਟਪੁੱਟ ਇਨ ਦਾ ਫਸਟ ਕੇਸ ਆਰ ਕਿੰਨੀ ਆਏਗੀ 0 ਐਂਡ ਦਾ ਆਊਟਪੁੱਟ ਇਨ ਸੈਕਿੰਡ ਕੇਸ ਕਿੰਨੀ ਆਏਗੀ 1, ਤਾਂ 0 ਐਂਡ 1 ਆਏਗੀ। ਇਸ ਨੂੰ ਹੁਣ ਆਪਾਂ ਨੇ ਗ੍ਰਾਫ ਦੇ ਵਿੱਚ ਰਿਪਰਜੈਂਟ ਕਰਨਾ। ਦੇਖੋ ਹੁਣ ਆਪਣੇ ਕੋਲ S0 ਦੇ ਉੱਪਰ ਕਿੰਨਾ ਹੈਗਾ 0, S1 ਦੇ ਉੱਪਰ ਕਿੰਨੀ ਹੈਗੀ 1 ਹੈਗੀ, ਇਸ ਤੋਂ ਜਦੋਂ ਇਸ ਤੱਕ ਗਏ ਤਾਂ ਵੀ 1 ਸੀ, S1 ਤੋਂ S0 ਤੱਕ ਦੀ ਵੀ 1 ਪੁਆਇੰਟ ਦੇ ਉੱਪਰ ਹੀ ਚੇਂਜ ਹੋ ਜਾਣਗੇ, ਆਪਣੇ ਆਪ ਪੁਆਇੰਟ ਦੇ ਉੱਤੇ ਇਹਨਾਂ ਦੀ ਆਊਟਪੁੱਟ 0 ਆ, ਮਤਲਬ S0 ਉੱਪਰ 0 ਆਊਟਪੁੱਟ ਆ, 1 ਦੇ ਉੱਪਰ 0 ਆ, ਇਹਨਾਂ ਦੋਨਾਂ ਦੇ ਉੱਪਰ ਆਨਸਰ ਆਪਣੇ ਇੱਕ ਦੂਸਰੇ ਦੇ ਉੱਪਰ ਇਹ ਚੇਂਜ ਹੋ ਕੇ 1 1 ਦੇ ਵਿੱਚ ਚੇਂਜ ਹੋ ਰਹੀਆਂ ਨੇ। ਨੈਕਸਟ ਤੁਹਾਡੇ ਕੋਲੇ ਅਲਫਾਬੈਟਿਕ ਸਟਰਿੰਗ ਆ, ਮਤਲਬ ਆਪਣੇ ਕੋਲੇ ਲੈਟ ਕੀਤਾ ਇਹ ਕੋਈ ਅਲਫਾਬੈਟ ਆ, ਸੈਟ ਹੂਜ਼ ਐਲੀਮੈਂਟਸ ਆਰ ਕਾਲਡ ਲੈਟਰ। ਆਪਣੇ ਕੋਲੇ ਇਹ ਅਲਫਾਬੈਟਿਕ ਲੈਟਰਸ ਦਾ ਇੱਕ ਸੈੱਟ ਲਿਆ, ਉਸ ਦੇ ਐਲੀਮੈਂਟਸ ਹੋਣਗੇ ਉਹਨਾਂ ਨੂੰ ਆਪਾਂ ਲੈਟਰ ਕਹਿੰਦੇ ਹੁੰਦੇ ਹੈਗੇ। ਠੀਕ ਹੈ, ਵਰਡ ਔਰ ਸਟਰਿੰਗ ਅ ਵਰਡ ਔਰ ਸਟਰਿੰਗ ਔਨ ਸੈਟ ਏ, ਆਪਣਾ ਇੱਕ ਇਹ ਸੈੱਟ ਹੈ ਜਿਸ ਦੇ ਵਿੱਚ ਆਪਣੇ ਕੋਲੇ ABC ਐਲੀਮੈਂਟਸ ਨੇ, ਲੈਟਰਸ ਨੇ। ਔਨ ਸੈਟ ਏ ਇਜ਼ ਅ ਫਨਾਈਟ ਸੀਕੁਐਂਸ ਆ ਐਲੀਮੈਂਟਸ ਦੀ, ਜਿਸ ਅਕੋਰਡਿੰਗ ਮੈਂ ਤੁਹਾਨੂੰ ਦਿਖਾਉਣਾ ਹੈ। ਯੂ ਆਪਣੇ ਕੋਲੇ ਕਿਹਦੀ ਕਲਾਏਗਾ AB, ਇਸ ਅਕੋਰਡਿੰਗ ਇੱਕ ਸੀਕੁਐਂਸ ਹੈਗੀ ਐਲੀਮੈਂਟਸ ਦੀ, ACC ਫਿਰ B ਲਿਖ ਕੇ ਫਿਰ AAA, ਇਸ ਅਕੋਰਡਿੰਗ ਜਾ ਰਹੀ ਆ। ਆਰ ਵਰਡਸ ਔਨ, ਇਹ ਕਿਹੜੇ ਵਰਡ ਆ ਰਹੇ ਨੇ, A ਵੀ ਆ ਰਿਹਾ, B ਵੀ ਆ ਰਿਹਾ, C ਵੀ ਆ ਰਿਹਾ, ਦੈਨ ਇਹ ਕਿਹਦੀ ਕਲਾ ABC ਇੱਕ ਸੈੱਟ ਹੈਗੀ, ਇਹਨਾਂ ਤੋਂ ABC ਸੈੱਟ ਤੋਂ ਆਪਣੀਆਂ UB ਵਾਲੀਆਂ ਸੀਕੁਐਂਸ ਦੇ ਵਿੱਚ ਕਨਵਰਟ ਹੋ ਰਿਹਾ ਹੈਗਾ। ਕਾਲ A ਦਾ ਅਲਫਾਬੈਟ ਐਂਡ ਇਟਸ ਐਲੀਮੈਂਟਸ ਨੂੰ ਆਪਾਂ ਕੀ ਕਹਿੰਦੇ ਆ, ਮਤਲਬ ਜੋ ਆਪਣਾ A ਸੈੱਟ ਆ ਇਹ ਤਾਂ ਆਪਣਾ ਕੀ ਹੈਗਾ ਅਲਫਾਬੈਟ ਹੈ ਇਸ ਨੂੰ ਤਾਂ। ਠੀਕ ਹੈ, ਜਿਹੜੇ ਇਸ ਦੇ ਲੈਟਰਸ ਨੇ ABC ਨੂੰ ਆਪਾਂ ਕਹਿੰਦੇ ਆਂਗੇ ਲੈਟਰਸ ਨੇ ਐਲੀਮੈਂਟਸ ਨੂੰ। ਠੀਕ ਹੈ, ਰਾਈਟ A ਸਕੁਅਰ ਨੂੰ ਹੁਣ ਆਪਾਂ ਕਿਵੇਂ ਲਿਖ ਸਕਦੇ ਆਂਗੇ, ਆਪਣੇ ਕੋਲੇ ਫॉर A ਕਿਊਬ ਨੂੰ ਆਪਾਂ ਕਿਵੇਂ ਲਿਖਣਾ ਹੈਗਾ A ਸੋ ਔਨ। ਇਸ ਦੇ ਅਕੋਰਡਿੰਗ ਯੂ ਦੇ ਵਿੱਚ ਕੀ ਲਿਖਿਆ ਜਾਊਗਾ AB, W ਨੂੰ ਆਪਾਂ ਨੇ B ਸਕੁਅਰ ਲਿਖਿਆ, ਇਸ ਅਕੋਰਡਿੰਗ C ਸਕੁਅਰ A ਦੀ ਕਿਊਬ, ਇਸ ਅਕੋਰਡਿੰਗ ਲਿਖਿਆ ਜਾਊਗਾ। ਦਿਸ ਐਮਪਟੀ ਸੀਕੁਐਂਸ ਆਫ ਲੈਟਰਸ ਡਿਨੋਟਡ ਬਾਈ, ਅਗਰ ਆਪਣੇ ਕੋਲੇ ਐਮਪਟੀ ਸੀਕੁਐਂਸ ਆਉਂਦੀ ਆ ਉਸ ਨੂੰ ਆਪਾਂ ਲੈਮਡਾ ਨਾਲ ਡਿਨੋਟ ਕਰਦੇ ਹਾਂ। 1 ਇਜ਼ ਆਲਸੋ ਕੰਸੀਡਰ ਟੂ ਬੀ ਵਰਡ, ਮਤਲਬ ਅਗਰ ਆਪਣੇ ਕੋਲ ਸਿੰਪਲੀ 1 ਆ ਰਿਹਾ, ਕਾਲਡ ਵਰਡ ਆਫ A ਕਾਲਡ ਦਾ ਐਮਪਟੀ ਵਰਡ, ਅਗਰ 1 ਲਿਖ ਰਿਹਾ ਉਸ ਨੂੰ ਆਪਾਂ
ਕੀ ਕਹਾਂਗੇ ਐਪਸਾਈਲੋਨ ਨਾਲ ਈ ਨਾਲ ਜਾਂ 1 ਨਾਲ ਡਿਨੋਟ ਕਰਦੇ ਹਾਂ, ਉਸ ਨੂੰ ਆਪਾਂ ਐਮਪਟੀ ਵਰਡ ਕਹਿੰਦੇ ਹੈਗੇ। ਠੀਕ ਹੈ, ਹੁਣ ਆਪਣੇ ਕੋਲ ਇਫ ਜੇ ਯੂ ਦੇ ਵਿੱਚ A1 ਤੋਂ ਲੈ ਕੇ AN ਤੱਕ ਐਲੀਮੈਂਟਸ ਨੇ ਤਾਂ ਇਸ ਦੀ ਲੈਂਥ ਕਿੰਨੀ ਹੋਏਗੀ, 1 ਤੋਂ ਲੈ ਕੇ N ਤੱਕ ਨੇ N ਲੈਂਥ ਹੋਏਗੀ। ਤਾਂ ਉਸਦੇ ਨੋਰਮ ਮਤਲਬ ਕੀ ਹੋਏਗਾ, ਜਿੰਨੀ ਲੈਂਥ ਹੁੰਦੀ ਹੈ ਉਸ ਦੇ ਇਕੁਅਲ ਹੁੰਦਾ ਹੈਗਾ। ਦੈਨ ਯੂ ਨੋਰਮ ਕਿਹਦੇ ਇਕੁਅਲ ਹੋਏਗਾ, N ਦੇ। ਇਫ ਯੂ ਇਕੁਅਲ ਟੂ ਲੈਮਡਾ, ਲੈਮਡਾ ਮਤਲਬ ਕਿ ਉਸਦੇ ਵਿੱਚ ਕੋਈ ਵੀ ਸੈੱਟ ਨਹੀਂ ਹੈਗਾ, ਲੈਟਰ ਨਹੀਂ ਹੈਗਾ, ਤਾਂ ਉਸਦੀ ਲੈਂਥ ਕਿੰਨੀ ਹੋਏਗੀ, 0। ਨੈਕਸਟ ਹੁਣ ਲੈਂਥ ਆਫ ਯੂ ਵੀ ਕਿਹਦੇ ਇਕੁਅਲ ਹੈਗਾ ਆਪਣੇ ਕੋਲੇ, ਮਤਲਬ ਕੋਈ ਲੈਟਰ ਸੀ ਜਿਸ ਦੀ 7 ਉਹ ਸੀਗੀ। ਦੈਨ ਇਸ ਦੀ ਵੈਲਿਊ ਵੀ ਆਪਣੇ ਕੋਲੇ ਦਿਸ ਸੀ, ਇਸ ਨੂੰ ਆਪਾਂ ਨੇ ਯੂ ਨਾਲ ਮਲਟੀਪਲਾਈ ਕੀਤਾ। ਯੂ ਵਾਲਾ ਦੇਖੋ ਆਪਣੇ ਕੋਲੇ ਏ ਸਕੇਅਰ, ਨੈਕਸਟ ਬੀ ਐਜ਼ ਇਟ, ਫਿਰ ਆਪਣੇ ਕੋਲੇ ਏ ਦੀ ਕਿਊਬ ਵੀ ਸਕੇਅਰ 0, ਮਤਲਬ ਇਸ ਨੂੰ ਅਕੋਰਡਿੰਗ ਲਿਖ ਲਿਆ। ਟੋਟਲ ਇਹਨਾਂ ਦੀ ਕਿੰਨੀ ਹੋ ਗਈ ਹੁਣ 7 + 5 12 ਹੋ ਗਈ ਆਪਣੇ ਕੋਲੇ ਇਹਨਾਂ ਦੋਨਾਂ ਦੀ ਯੂ ਵੀ ਦੀ ਲੈਂਥ। ਬੀ ਸਕੇਅਰ ਦੀ ਲੈਂਥ ਆਪਣੇ ਕੋਲੇ ਕਿੰਨੀ ਆਏਗੀ 1 2 3 4 5 6 1 2 3 4 5 6 7 ਆएगी अपने को। अगर स्केयर कर लेंगे दैन उसकी 8 होएगी। बी दी स्केयर किया दैन इसकी इक्वेशन आ गई। देखो इत्थे अपने को बी सैट आपां ने लिया है वी स्केयर, मतलब 1 2 2 दिस कि टोटल किन्ने हो गए 4। एवें ही 4 इस दे विच ने 4 + 4 अपने को लेंथ 8 आई हैगी बी स्केयर की। नैक्सट कॉनकैटेनेशन, ठीक है। कंसीडर 2 वर्ड्स यू एंड वी फ्रॉम अल्फाबैट ए अल्फाबैट दे विचों 2 वर्ड्स सलैक्ट किए अपने यू एंड वी। द कॉनकैटेनेशन ऑफ यू एंड वी रिटन एज यू ते वी दी मल्टीप्लाई दे विच लिख सकते हैं। आपां लैक्ट किया यू अपने को दिस वर्ड एंड वी दिस, यू एंड वी मल्टीप्लाई करने इन्होंने दोनों की अपने मल्टीप्लाई की। वी यू की की दैन बी वाले फस्ट से लिख लेंगे आपां, यू वाले सैकेंड के उपर लिख लेंगे। सैकेंड यू स्केयर में आप यू इंटू यू लिख सकते हैं, क्यूब में मल्टीप्लाई के लिख सकते हैं, N + 1 यू इंटू N इंटू वी लिख सकते हैं। मतलब इस कह सकते हैं आप भी जो अपनी कॉनकैटेनेशन हैगी वो कम्यूटेटिव नहीं होंगी है, अलग अलग आ सकती है अपने को। नैक्सट है हुण तुहाडे कोले एक वर्ड यू, उसनूं आपां सब वर्ड कहांगे W का। मतलब इफ जे W दे विच अपने कोले V1 यू इंटू V2 लिख रहे हैं है ना, एक मल्टीप्लाई दे विच, एंड V1 अपना एक एम्पटी सैट है। यू इज़ द कॉल्ड इनिशियल सिगमेंट ऑफ, मतलब अपने को ये सीगा W ने अपने लिखिया V1 U V2, ये तो अपना एम्पटी आ, तो उन्हें इनिशियल दे विच तो यू ही आ रहेगा। तो इनिशियल सिगमेंट आएगी W दी, इस W सैट दी। लैमडा इज़ द सब वर्ड ऑफ W, इस लैमडे नूं आपां कहांगे सब वर्ड, इस मीनस लैमडा लैमडा इंटू डिस आर कॉल्ड सब वर्ड्स नहीं दिस दे। हुण अपने को एक वर्ड है यू जिस दे विच की निकला ABCA, द सब वर्ड्स किन्ने होणगे हुण लैमडा कला AB BB C दोनों AB लिख सकते हैं, BC सिंपल CA, फिर 3 ABC BCA, ये सारे अपने की नेगे सब वर्ड्स नेगे जिद्दां हुण आपां पावर सैट दे विच लैंदे हुंदे सी। इनिशियल सिगमेंट्स किहड़े होणगे, फस्ट ते लैमडा, फिर सिंपली A, फिर AB, फिर ABC, फिर ABCA, तो सारे की नेगे इनिशियल्स सिगमेंट्स नेगे, इन्हां दे विच कन्वर्ट करना सीगा तुसीं कर लिओ। हुण नैक्सट अपने को एवें ही एग्जाम्पल सीगे यानी वर्ड्स यू ते वी उन्होंने मॉडुलस अलग अलग लिख सकते हैं। आप लैक्ट किया यू का R तो V का S हैगा, दैन उन्होंने दोनों की मल्टीप्लाई की होएगी R + S होएगी, ठीक है। एवें ही यूजिंग ए दे विच बी दे विच की करना, इन्होंने दोनों की मल्टीप्लाई यू वी तो वी यू इक्वल होणगे। यू तो वी की मल्टीप्लाई यू + B लिख सकते हैं, इसमें उल्टा करके B + यू भी लिख सकते हैं, दैन इनू इक्वल टू लिख लिया।